ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਪਿਆਰ ਸਤਿਕਾਰ ਨਾਲ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਪਵਿੱਤਰ ਪ੍ਰਸੰਗ ਦਾ ਅਧਿਆਇ ਸਰਵਣ ਕਰਨ ਲੱਗੇ ਹਾਂ ਜੀ। ਆਪਾਂ ਸਾਰੇ ਬਹੁਤ ਭਾਗਾਂ ਨਾਲ ਗੁਰਬਾਣੀ ਦੀ ਕਥਾ, ਗੁਰੂ ਇਤਿਹਾਸ ਸਰਵਣ ਕਰ ਰਹੇ ਹਾਂ। ਸ਼੍ਰੀ ਗੁਰੂ ਅਮਰਦਾਸ ਜੀ ਨੂੰ ਵਰ ਦੀ ਬਖਸ਼ਿਸ਼। ਇਸ ਤਰ੍ਹਾਂ ਦਿਲ ਵਿੱਚੋਂ ਖੁਸ਼ੀ ਗਮੀ ਤਿਆਗ ਕੇ ਸੇਵਾ ਕਰਦੇ ਸਨ ਅਤੇ ਵੱਡੇ ਭਾਗਾਂ ਵਾਲੇ ਕਿਸੇ ਦੇ ਕਹੇ ਸੁਣੇ ਨੂੰ ਮਨ ਵਿੱਚ ਧਾਰਨ ਨਹੀਂ ਕਰਦੇ ਸਨ। ਇੱਕ ਰਾਤ ਕਾਲੀ ਘਟਾ ਛਾ ਗਈ ਅਤੇ ਸਾਰੇ ਹਨੇਰਾ ਪਸਰ ਗਿਆ। ਕੋਈ ਕਣੀ ਪੈਣ ਕਰਕੇ ਸਾਰੇ ਚਿੱਕੜ ਹੋ ਗਿਆ ਸੀ। ਸਰਦੀ ਦਾ ਸਮਾਂ ਹੋਣ ਕਰਕੇ ਪਾਲਾ ਬਹੁਤ ਵੱਧ ਗਿਆ ਸੀ ਤੇ ਸਰੀਰ ਸੁੰਗੜਦੇ ਜਾਂਦੇ ਸਨ। ਲੋਕ ਰੂਹ ਦੀਆਂ ਰਜਾਈਆਂ ਤਲਾਈਆਂ ਲੈ ਕੇ ਜਾਂ ਅੱਗ ਸੇਕ ਕੇ ਠੰਡ ਦੂਰ ਕਰ ਰਹੇ ਸਨ। ਜਦ ਪਹਿਰ ਰਾਤ ਰਹਿ ਗਈ ਤਾਂ ਗੁਰੂ ਜੀ ਦੇ ਇਸ਼ਨਾਨ ਕਰਨ ਦਾ ਸਮਾਂ ਹੋ ਗਿਆ। ਸ਼੍ਰੀ ਗੁਰੂ ਅਮਰਦਾਸ ਜੀ ਨੇ ਆਲਸ ਨੂੰ ਛੱਡ ਕੇ ਗਾਗਰ ਆਪਣੇ ਹੱਥ ਵਿੱਚ ਫੜ ਲਈ। ਗਾਗਰ ਪਾਣੀ ਦੀ ਭਰ ਕੇ ਸਿਰ ਤੇ ਰੱਖ ਲਈ ਤੇ ਮੁੜ ਕੇ ਪਿੱਛੇ ਆਉਣ ਲੱਗੇ। ਸ਼੍ਰੀ ਗੁਰੂ ਅਮਰਦਾਸ ਜੀ ਹੌਲੀ ਹੌਲੀ ਅੱਗੇ ਵੱਲ ਪੈਰ ਧਰਦੇ ਸਨ। ਰਾਹ ਵਿੱਚ ਆਉਂਦਿਆਂ ਮਨ ਵਿੱਚ ਇਹੋ ਚਿੰਤਾ ਸੀ, ਕਿਤੇ ਪੈਰ ਤਿਲਕਣ ਨਾਲ ਗਾਗਰ ਨਾ ਡਿੱਗ ਪਵੇ ਅਤੇ ਜਲ ਡੁੱਲ ਜਾਣ ਕਰਕੇ ਗੁਰੂ ਜੀ ਦੇ ਇਸ਼ਨਾਨ ਕਰਨ ਦਾ ਸਮਾਂ ਨਾ ਲੰਘ ਜਾਵੇ। ਧਰਮਸ਼ਾਲਾ ਦੇ ਰਾਹ ਵਿੱਚ ਇੱਕ ਜੁਲਾਹਿਆਂ ਦਾ ਘਰ ਸੀ। ਉਹਨਾਂ ਨੇ ਘਰ ਦੇ ਬਾਹਰ ਪਾਣੀ ਸੁੱਟਿਆ ਹੋਇਆ ਸੀ, ਜਿਸ ਕਰਕੇ ਘਰ ਅੱਗੇ ਬਹੁਤ ਚਿੱਕੜ ਹੋ ਗਿਆ ਸੀ। ਹਲਕੀ ਬੂੰਦਾਬਾਂਦੀ ਹੋ ਰਹੀ ਸੀ, ਇਸ ਕਰਕੇ ਚਿੱਕੜ ਹੋਰ ਵੱਧ ਗਿਆ ਸੀ। ਬੱਦਲਵਾਈ ਹੋਣ ਕਰਕੇ ਹਨੇਰਾ ਬਹੁਤ ਹੋ ਗਿਆ ਸੀ ਤੇ ਰਾਹ ਦਿਸਦਾ ਨਹੀਂ ਸੀ। ਜੁਲਾਹੇ ਨੇ ਆਪਣੇ ਘਰ ਦੇ ਅੱਗੇ ਇੱਕ ਕਰੀਰ ਦਾ ਕਿੱਲਾ ਠੋਕਿਆ ਹੋਇਆ ਸੀ। ਉਸ ਨਾਲ ਉਹ ਖੱਡੀ ਬੰਨ੍ਹ ਕੇ ਕੱਪੜਾ ਉਣਦਾ ਸੀ। ਜਦ ਸ੍ਰੀ ਗੁਰੂ ਅਮਰਦਾਸ ਜੀ ਉਹਨਾਂ ਦੇ ਘਰ ਦੇ ਸਾਹਮਣੇ ਆਏ ਤਾਂ ਕਿੱਲੇ ਨੂੰ ਉਹਨਾਂ ਦਾ ਪੈਰ ਵੱਜਾ। ਨੇੜੇ ਹੀ ਖੱਡੀ ਵਿੱਚ ਡਿੱਗ ਪਏ। ਆਪਣੇ ਆਪ ਨੂੰ ਸੰਭਾਲ ਨਾ ਸਕੇ, ਪਰ ਗਾਗਰ ਨੂੰ ਥੱਲੇ ਡਿੱਗਣ ਤੋਂ ਬਚਾਉਣ ਲਈ ਬੜਾ ਜ਼ੋਰ ਲਾਇਆ ਅਤੇ ਗਾਗਰ ਵਿੱਚੋਂ ਪਾਣੀ ਡਿੱਗਣ ਨਾ ਦਿੱਤਾ ਤੇ ਗਾਗਰ ਨੂੰ ਸੰਭਾਲ ਕੇ ਰੱਖਿਆ। ਹੌਲੀ ਹੌਲੀ ਗਾਗਰ ਨੂੰ ਫਿਰ ਸਿਰ ਤੇ ਟਿਕਾ ਲਿਆ। ਮਨ ਵਿੱਚ ਇਹ ਅਭਿਲਾਸ਼ਾ ਸੀ, ਗੁਰੂ ਜੀ ਨੂੰ ਇਸ਼ਨਾਨ ਕਰਵਾਉਣ ਵਿੱਚ ਦੇਰ ਨਾ ਹੋ ਜਾਵੇ। ਉਸ ਸਮੇਂ ਜੁਲਾਹੀ ਤੇ ਜੁਲਾਹਾ ਆਪਣੇ ਘਰ ਵਿੱਚ ਲੰਮੇ ਪਏ ਸਨ। ਬਾਹਰ ਕਿਸੇ ਦੇ ਡਿੱਗਣ ਦਾ ਖੜਕਾ ਸੁਣ ਕੇ ਜੁਲਾਹੇ ਨੇ ਕਿਹਾ, ਬਾਹਰ ਕੌਣ ਆਇਆ ਹੈ? ਇਸ ਥਾਂ ਕੌਣ ਡਿੱਗਾ ਹੈ? ਕੀ ਕੋਈ ਚੋਰ ਹੈ ਜਾਂ ਕੋਈ ਹੋਰ ਮਨੁੱਖ ਹੈ? ਇਸ ਦਾ ਉੱਤਰ ਦੇਵੋ। ਜੁਲਾਹੇ ਦੀ ਇਹ ਗੱਲ ਸੁਣ ਕੇ ਸ਼੍ਰੀ ਗੁਰੂ ਅਮਰਦਾਸ ਜੀ ਨੇ ਦੱਸਿਆ, ਮੈਂ ਸਤਿਗੁਰੂ ਜੀ ਦਾ ਦਾਸ ਹਾਂ, ਜਲ ਲੈ ਕੇ ਆਇਆ ਹਾਂ। ਇਹ ਸੁਣ ਕੇ ਜੁਲਾਹੇ ਨੇ ਕਿਹਾ, ਇਸ ਸਮੇਂ ਇੰਨੀ ਠੰਡ ਤੇ ਹਨੇਰੇ ਵਿੱਚ ਕੌਣ ਦਾਸ ਹੈ? ਬਾਰਿਸ਼ ਹੋ ਰਹੀ ਹੈ, ਗਾੜੇ ਬੱਦਲ ਛਾਏ ਹੋਏ ਹਨ ਅਤੇ ਧਰਤੀ ਤੇ ਚਿੱਕੜ ਹੈ। ਇਹ ਸੁਣ ਕੇ ਜੁਲਾਹੀ ਨੇ ਕਿਹਾ, ਇਹੋ ਜਿਹੇ ਸਮੇਂ ਹੋਰ ਕੋਈ ਨਹੀਂ ਹੋ ਸਕਦਾ। ਅਜਿਹੇ ਸਮੇਂ ਕੇਵਲ ਨਿਥਾਵਾਂ ਅਮਰੂ ਹੀ ਫਿਰਦਾ ਹੈ ਤੇ ਇਸ ਵੇਲੇ ਵੀ ਉਹੀ ਹੈ। ਦਿਨ ਰਾਤ ਇਸ ਨੂੰ ਚੈਨ ਨਹੀਂ ਆਉਂਦਾ, ਇੱਧਰ ਉੱਧਰ ਫਿਰਦਾ ਰਹਿੰਦਾ ਹੈ। ਨਿੱਤ ਪੇਟ ਭਰ ਕੇ ਖਾ ਲੈਂਦਾ ਹੈ ਤੇ ਕਿਸੇ ਨਾਲ ਵੀ ਬੋਲਦਾ ਨਹੀਂ। ਆਪਣਾ ਘਰ ਛੱਡ ਕੇ ਲੋਕਾਂ ਦਾ ਹਾਸਾ ਠੱਠਾ ਸਹਾਰ ਕੇ ਤਪੇ ਦੇ ਨਜ਼ਦੀਕ ਰਹਿੰਦਾ ਹੈ। ਜਗ ਦੀ ਲਾਜ ਦੀ ਰਤਾ ਵੀ ਪਰਵਾਹ ਨਹੀਂ। ਕੋਈ ਚੰਗਾ ਕਹੇ ਭਾਵੇਂ ਕੋਈ ਬੁਰਾ ਕਹੇ। ਇਹ ਸੁਣ ਕੇ ਸ਼੍ਰੀ ਗੁਰੂ ਅਮਰਦਾਸ ਜੀ ਬੋਲੇ, ਮੈਂ ਨਿਥਾਵਾਂ ਨਹੀਂ ਹਾਂ, ਮੈਂ ਸਭ ਤੋਂ ਵੱਡੇ ਨੇਕ ਤੇ ਸੋਭਨੀਕ ਸੁਭਾਅ ਵਾਲੇ ਸਤਿਗੁਰੂ ਜੀ ਦੀ ਸੇਵਾ ਕਰਦਾ ਹਾਂ। ਤੂੰ ਕੰਬਲੀ ਹੋ ਕੇ ਇਹ ਕੁਝ ਕਹਿੰਦੀ ਹੈ। ਤੇਰੇ ਹਿਰਦੇ ਵਿੱਚ ਕੋਈ ਵੀ ਸੋਝੀ ਨਹੀਂ ਹੈ।
ਜਿਹੜੇ ਜਗਤ ਦੇ ਦਾਤਾ ਹਨ, ਤੂੰ ਉਹਨਾਂ ਦੇ ਮਹਾਤਮ ਨੂੰ ਨਹੀਂ ਜਾਣਦੀ। ਇਹ ਕਹਿ ਕੇ ਸਿਰ 'ਤੇ ਗਾਗਰ ਲੈ ਕੇ ਆਪਣੇ ਥਾਂ ਆ ਗਏ। ਅੱਗੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਇਸ਼ਨਾਨ ਕਰਨਾ ਚਾਹੁੰਦੇ ਸਨ। ਉਸ ਸਮੇਂ ਉਹ ਇਸ਼ਨਾਨ ਕਰਨ ਵਾਲੀ ਚੌਂਕੀ 'ਤੇ ਖੜ੍ਹੇ ਸਨ। ਜਦ ਉਹਨਾਂ ਨੂੰ ਸਾਰੇ ਬਿਰਤਾਂਤ ਬਾਰੇ ਪਤਾ ਲੱਗਾ ਤਾਂ ਉਹਨਾਂ ਆਪਣੇ ਦਾਸ ਵਿਚਲੇ ਅਤ ਧੀਰਜ ਨੂੰ ਪਛਾਣਿਆ, ਜਿਸ ਨੂੰ ਉਹ ਆਪ ਪਰਖਣਾ ਚਾਹੁੰਦੇ ਸਨ। ਜਦ ਸ੍ਰੀ ਗੁਰੂ ਅਮਰਦਾਸ ਜੀ ਗਾਗਰ ਲੈ ਕੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਪਾਸ ਆਏ ਤਾਂ ਉਹਨਾਂ ਕੁਝ ਦੱਸਿਆ ਨਹੀਂ। ਆਉਂਦੇ ਹੀ ਸੇਵਾ ਵਿੱਚ ਲੱਗ ਗਏ। ਗੁਰੂ ਜੀ ਦੇ ਚਰਨਾਂ ਨੂੰ ਚੰਗੀ ਤਰ੍ਹਾਂ ਧੋਤਾ ਅਤੇ ਇਸ਼ਨਾਨ ਕਰਵਾਇਆ। ਜੁਲਾਹੀ ਉਸ ਵੇਲੇ ਕਮਲੀ ਹੋ ਗਈ ਜਦ ਸ੍ਰੀ ਗੁਰੂ ਅਮਰਦਾਸ ਜੀ ਨੇ ਬਚਨ ਕਹੇ ਸਨ। ਦੰਦਾਂ ਨੂੰ ਟੁੱਕਦੀ ਸੀ ਅਤੇ ਮੂੰਹ 'ਤੇ ਜਿਵੇਂ ਜੀਭ ਵਿੱਚ ਆਉਂਦਾ ਸੀ ਵਗਦੀ ਜਾਂਦੀ ਸੀ। ਜਦ ਸਵੇਰ ਹੋਈ ਤਾਂ ਰਾਤ ਨੂੰ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਲ ਜੋ ਬੀਤਿਆ ਸੀ ਉਸ ਬਾਰੇ ਗੁਰੂ ਜੀ ਸਭ ਕੁਝ ਜਾਣ ਗਏ। ਫਿਰ ਸ੍ਰੀ ਗੁਰੂ ਅਮਰਦਾਸ ਜੀ ਨੂੰ ਆਪਣੇ ਪਾਸ ਬੁਲਾਇਆ। ਉਹਨਾਂ ਆ ਕੇ ਚਰਨਾਂ 'ਤੇ ਬੰਦਨਾ ਕੀਤੀ ਤੇ ਹੱਥ ਜੋੜ ਕੇ ਸਾਹਮਣੇ ਖੜ੍ਹੇ ਹੋ ਗਏ। ਗੁਰੂ ਜੀ ਦੇ ਮੁਖ ਦੇ ਦਰਸ਼ਨ ਕਰਦੇ ਹਨ, ਜਿਸ ਮੁਖ ਵਿੱਚ ਪਿਆਰ ਬਹੁਤ ਵਧਿਆ ਹੋਇਆ ਸੀ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਕਿਹਾ, ਉਹ ਸਾਰਾ ਹਾਲ ਮੈਨੂੰ ਸੁਣਾਓ ਕਿ ਰਾਤ ਨੂੰ ਕਿਸ ਤਰ੍ਹਾਂ ਹੋਈ ਸੀ। ਜਦ ਜਲ ਦੀ ਗਾਗਰ ਲਿਆ ਰਹੇ ਸੀ ਤਾਂ ਕੋਈ ਕਿਸ ਤਰ੍ਹਾਂ ਬੋਲਿਆ ਸੀ। ਸ੍ਰੀ ਗੁਰੂ ਅਮਰਦਾਸ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਤੁਸੀਂ ਅੰਤਰਜਾਮੀ ਹੋ, ਹੇ ਜਗਤ ਦੇ ਸੁਆਮੀ, ਹਰ ਤਰ੍ਹਾਂ ਨਾਲ ਦਾਤੇ ਅਤੇ ਬਿਨਾਂ ਕਹੇ ਹੀ ਸਭ ਕੁਝ ਜਾਣ ਜਾਂਦੇ ਹੋ। ਮੈਂ ਆਪ ਤੋਂ ਕੁਝ ਵੀ ਲੁਕਾਉਂਦਾ ਨਹੀਂ ਹਾਂ, ਤੁਸੀਂ ਸਭ ਕੁਝ ਜਾਣਦੇ ਹੋ। ਮੈਂ ਡਰਦਾ ਹਾਂ ਕਿ ਮੈਥੋਂ ਇਹ ਗੱਲ ਹੋਰ ਵਿਧੀ ਅਨੁਸਾਰ ਕਹੀ ਨਹੀਂ ਜਾਣੀ ਹੈ। ਇਹ ਸੁਣ ਕੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਜੁਲਾਹੇ ਨੂੰ ਬੁਲਾਇਆ। ਜੁਲਾਹਾ ਆਪਣੀ ਜੁਲਾਹੀ ਨੂੰ ਨਾਲ ਲੈ ਕੇ ਗੁਰੂ ਜੀ ਦੇ ਪਾਸ ਆਇਆ। ਜਦ ਜੁਲਾਹੀ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਤਾਂ ਉਸ ਦਾ ਪਾਗਲਪੁਣਾ ਜਾਂਦਾ ਰਿਹਾ ਤੇ ਉਹ ਪਹਿਲਾਂ ਵਾਂਗ ਹੋ ਗਈ। ਫਿਰ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਪੁੱਛਿਆ, ਸਾਡੇ ਪਾਸ ਸੱਚ ਦੱਸੋ, ਰਾਤ ਵਾਲੀ ਘਟਨਾ ਕਿਵੇਂ ਵਾਪਰੀ ਸੀ। ਇਹ ਸਾਰੀ ਵਿਥਿਆ ਮੈਨੂੰ ਸੁਣਾਓ। ਜੇ ਕਿਸੇ ਗੱਲ ਦਾ ਲੁਕਾ ਰੱਖੋਗੇ ਤਾਂ ਦੀਨ ਦੁਨੀਆ ਵਿੱਚ ਦੁੱਖ ਪਾਓਗੇ। ਇਹ ਸੁਣ ਕੇ ਜੁਲਾਹਾ ਡਰ ਗਿਆ ਕਿ ਇਹਨਾਂ ਦੇ ਵਚਨ ਸੱਚੇ ਹੁੰਦੇ ਹਨ। ਜੇ ਮੈਂ ਸੱਚ ਨਹੀਂ ਦੱਸਦਾ ਹਾਂ ਤਾਂ ਬਹੁਤ ਦੁੱਖ ਪਾਵਾਂਗਾ। ਇਹ ਸਮਝ ਕੇ ਸੱਚੋ ਸੱਚ ਬੋਲ ਪਿਆ। ਮੈਂ ਇਹ ਪੁੱਛਿਆ ਸੀ ਕਿ ਬਾਹਰ ਇਸ ਸਮੇਂ ਕਾਹਦਾ ਖੜਾਕ ਹੋਇਆ ਹੈ। ਮੇਰੀ ਪਤਨੀ ਉਸ ਸਮੇਂ ਜਾਗਦੀ ਸੀ, ਇਸ ਲਈ ਉਸ ਨੂੰ ਪੂਰੀ ਹੋਸ਼ ਸੀ। ਮੇਰੀ ਗੱਲ ਨੂੰ ਸਮਝ ਕੇ ਉਹ ਬੋਲੀ, ਇਹ ਅਮਰੂ ਨਿਥਾਵਾਂ ਹੈ। ਫਿਰ ਤੁਹਾਡੇ ਦਾਸ ਨੇ ਇਸ ਨੂੰ ਕਮਲੀ ਕਿਹਾ ਅਤੇ ਇਹ ਉਸੇ ਸਮੇਂ ਕਮਲੀ ਹੋ ਗਈ। ਹੁਣ ਆਪ ਜੀ ਦੇ ਦਰਸ਼ਨ ਕਰਕੇ ਇਸ ਨੂੰ ਸੋਝੀ ਆ ਗਈ ਹੈ। ਸਾਡੀ ਬੁੱਧੀ ਡਰੀ ਹੋਈ ਹੈ, ਜਿਵੇਂ ਹੋਈ ਬੀਤੀ ਹੈ ਉਸ ਤਰ੍ਹਾਂ ਹੀ ਮੈਂ ਕਹੀ ਹੈ। ਫਿਰ ਗੁਰੂ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਪੁੱਛਿਆ, ਕੀ ਇਸ ਤਰ੍ਹਾਂ ਹੀ ਹੋਈ ਸੀ। ਫਿਰ ਸ੍ਰੀ ਗੁਰੂ ਅਮਰਦਾਸ ਜੀ ਦੋਵੇਂ ਹੱਥ ਜੋੜ ਕੇ ਬੇਨਤੀ ਕਰਨ ਲੱਗੇ, ਮੈਨੂੰ ਇਸ ਨੇ ਨਿਥਾਵਾਂ ਕਿਹਾ ਸੀ, ਸੋ ਗੱਲ ਇਸ ਨੇ ਸੱਚੀ ਕਹੀ ਹੈ। ਜਦ ਤੱਕ ਆਤਮ ਰੂਪ ਨੂੰ ਮਨ ਜਾਣ ਨਹੀਂ ਲੈਂਦਾ, ਥਾਂ ਪਾ ਕੇ ਸਥਿਰ ਨਾ ਟਿਕੇ ਤਾਂ ਨਿਥਾਵਾਂ ਲੱਗਦਾ ਹੈ। ਮ੍ਰਿਗ ਤ੍ਰਿਸ਼ਨਾ ਵਾਂਗ ਉਹ ਭਟਕਦਾ ਫਿਰਦਾ ਹੈ ਅਤੇ ਕਿਵੇਂ ਵੀ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ। ਜਦ ਤੁਹਾਡੀ ਸੁੰਦਰ ਸੇਵਾ 'ਤੇ ਇਸ ਜੁਲਾਹੀ ਨੇ ਸ਼ੰਕਾ ਕੀਤਾ ਤਾਂ ਉਹ ਗੱਲ ਮੈਥੋਂ ਬਰਦਾਸ਼ਤ ਨਾ ਹੋਈ ਤੇ ਮੈਂ ਇਸ ਨੂੰ ਕਮਲੀ ਕਹਿ ਦਿੱਤਾ। ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰੇਮ ਵਿੱਚ ਭਿੱਜੇ ਹੋਏ ਬਚਨ ਸੁਣ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਕਿਰਪਾਲੂ ਮਨ ਪਸੀਜ ਗਿਆ। ਉਹ ਸ੍ਰੀ ਗੁਰੂ ਅਮਰਦਾਸ ਜੀ ਦੀ ਵਿਸ਼ਾਲ ਘਾਲ ਕਮਾਈ ਨੂੰ ਵੇਖ ਕੇ ਬਹੁਤ ਉਦਾਰ ਚਿੱਤ ਹੋ ਗਏ। ਸ੍ਰੀ ਗੁਰੂ ਅਮਰਦਾਸ ਜੀ ਨੂੰ ਬਖਸ਼ਿਸ਼ਾਂ ਬਖਸ਼ਣ ਵਾਸਤੇ ਉਹਨਾਂ ਦੇ ਹਿਰਦੇ ਵਿੱਚ ਭਾਰੀ ਉਤਸ਼ਾਹ ਪੈਦਾ ਹੋਇਆ। ਫਿਰ ਦਾਸ ਨੂੰ ਕਿਰਤਾਰਥ ਕਰਨ ਵਾਸਤੇ ਉਹਨਾਂ ਨੇ ਬਚਨ ਕੀਤੇ, ਤੁਸੀਂ ਨਿਥਾਵਿਆਂ ਦਾ ਥਾਂ ਹੋ, ਨਿਮਾਣਿਆਂ ਦੇ ਮਾਣ ਹੋ, ਨਿਓਟਿਆਂ ਦੀ ਓਟ ਹੋ, ਨਿਰ ਆਧਾਰ ਦਾ ਕਿਲੇ ਵਾਂਗ ਦ੍ਰਿੜ ਆਧਾਰ ਹੋ, ਨਿਜ਼ੋਰਿਆਂ ਦੇ ਜ਼ੋਰ ਹੋ, ਤੁਹਾਡੇ ਬਰਾਬਰ ਹੋਰ ਕੋਈ ਨਹੀਂ ਹੈ। ਧੀਰਜ ਰਹਿਤਾਂ ਨੂੰ ਧੀਰਜ ਦੇਣ ਵਾਲੇ ਹੋ ਅਤੇ ਸਭ ਪੀਰਾਂ ਦੇ ਪੀਰ ਹੋ। ਤੁਸੀਂ ਗਈ ਨੂੰ ਵੀ ਫਿਰ ਮੋੜ ਲੈਣ ਵਾਲੇ ਹੋ, ਫਸੇ ਹੋਏ ਨਰਾਂ ਨੂੰ ਛੁਡਾਉਣ ਵਾਲੇ ਹੋ। ਤੁਹਾਡੇ ਵਿੱਚ ਘੜਨ ਅਤੇ ਭੰਨਣ ਦੀ ਸ਼ਕਤੀ ਹੈ। ਸਾਰੇ ਜਗਤ ਦੀ ਰੋਜ਼ੀ ਤੁਹਾਡੇ ਹੱਥ ਵਿੱਚ ਹੈ।
12 ਸ੍ਰੇਸ਼ਟ ਵਰ ਦੇ ਕੇ ਗੁਰੂ ਜੀ ਬਹੁਤ ਪ੍ਰਸੰਨ ਹੋਏ ਅਤੇ ਉਹਨਾਂ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਆਪਣੇ ਗਲ ਨਾਲ ਲਾ ਲਿਆ। ਪ੍ਰੇਮ ਵਿੱਚ ਰੋਮ ਰੋਮ ਖੜੇ ਹੋ ਗਏ। ਫਿਰ ਬਚਨ ਕੀਤਾ, ਤੁਹਾਡੇ ਅੰਗ ਮੇਰੇ ਨਾਲ ਮਿਲ ਕੇ ਹੁਣ ਮੇਰਾ ਰੂਪ ਹੋ ਗਏ ਹਨ। ਜਿਵੇਂ ਨਦੀ ਗੰਗਾ ਨੂੰ ਆ ਕੇ ਮਿਲਦੀ ਹੈ, ਜਿਵੇਂ ਬਾਰਿਸ਼ ਦੀ ਬੂੰਦ ਸਮੁੰਦਰ ਵਿੱਚ ਮਿਲ ਕੇ ਸਮੁੰਦਰ ਦਾ ਰੂਪ ਹੀ ਧਾਰਨ ਕਰ ਲੈਂਦੀ ਹੈ, ਇਸ ਤਰ੍ਹਾਂ ਸਾਡਾ ਹੁਣ ਇੱਕ ਰੂਪ ਹੋ ਗਿਆ ਹੈ। ਜਿਵੇਂ ਅੱਗ ਦਾ ਚੰਗਿਆੜਾ ਮਹਾਨ ਅਗਨੀ ਵਿੱਚ ਮਿਲ ਕੇ ਇੱਕ ਰੂਪ ਹੋ ਜਾਂਦਾ ਹੈ, ਉਸੇ ਤਰ੍ਹਾਂ ਹੀ ਅਸੀਂ ਦੋਵੇਂ ਇੱਕੋ ਹੋ ਗਏ ਹਾਂ। ਇਸ ਵਿੱਚ ਕੋਈ ਵੀ ਭੇਦ ਨਾ ਜਾਣੋ। ਤੁਹਾਡੇ ਸਰੀਰ ਵਿੱਚ ਦਾਖਲ ਹੋ ਕੇ ਅਸੀਂ ਜਗਤ 'ਤੇ ਵਿਸ਼ੇਸ਼ ਕਾਰਜ ਕਰਨੇ ਹਨ। ਇਸ ਤਰ੍ਹਾਂ ਪ੍ਰਸੰਨ ਹੋ ਕੇ ਇੱਕ ਰੂਪ ਬਣਾ ਦਿੱਤਾ। ਸਤਿਗੁਰੂ ਦੀ ਸੇਵਾ ਕਰਨ ਨਾਲ ਸਾਰੇ ਫਲ ਪ੍ਰਾਪਤ ਹੋ ਜਾਂਦੇ ਹਨ। ਗੁਰੂ ਜੀ ਪਾਸ ਕੀਤੀ ਘਾਲ ਕਮਾਈ ਕਦੇ ਵਿਅਰਥ ਨਹੀਂ ਜਾਂਦੀ। ਮਨ ਇੱਛਤ ਫਲ ਪ੍ਰਾਪਤ ਹੁੰਦਾ ਹੈ। ਫਿਰ ਗੁਰੂ ਜੀ ਨੇ ਕਿਹਾ ਕਿ ਸਿਰ ਦਾ ਮੁਕਟ ਲਾ ਦੇਵੋ, ਜਿਹੜਾ 11 ਸਾਲ ਪਹਿਲੇ ਸਿਰ 'ਤੇ ਧਾਰਨ ਕੀਤਾ ਸੀ। ਗੁਰੂ ਜੀ ਦਾ ਬਚਨ ਸੁਣ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਪੱਗ ਨੂੰ ਸਿਰ ਤੋਂ ਲਾਹ ਕੇ ਥੱਲੇ ਧਰ ਦਿੱਤਾ। ਫਿਰ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸੁੰਦਰ ਜਲ ਨਾਲ ਇਸ਼ਨਾਨ ਕਰਵਾਇਆ ਅਤੇ ਸਾਰੇ ਨਵੇਂ ਕੱਪੜੇ ਪਵਾਏ। ਗੁਰੂ ਜੀ ਨੇ ਫਿਰ ਕਿਹਾ, ਮੈਂ ਤੁਹਾਨੂੰ ਆਪਣੇ ਥਾਂ ਬਿਠਾਵਾਂਗਾ ਤੇ ਗੁਰਤਾ ਦੀ ਗੱਦੀ ਦੇ ਕੇ ਪ੍ਰਸੰਨ ਹੋਵਾਂਗਾ। ਸਾਰੀ ਸੰਗਤ ਨੂੰ ਫਿਰ ਗੁਰੂ ਜੀ ਨੇ ਸੁਣਾ ਕੇ ਕਹਿ ਦਿੱਤਾ, ਇਹ ਹੁਣ ਮੇਰਾ ਰੂਪ ਸੁਹਾਇਆ ਹੈ। ਇਹਨਾਂ ਵਿੱਚ ਅਤੇ ਮੇਰੇ ਵਿੱਚ ਹੁਣ ਕੋਈ ਭੇਦ ਨਹੀਂ ਹੈ। ਜਿਹੜਾ ਦੋਹਾਂ ਦਾ ਸਰੀਰ ਹੈ ਉਹ ਹੁਣ ਇੱਕ ਹੋ ਗਿਆ ਹੈ। ਫਿਰ ਗੁਰੂ ਜੀ ਨੂੰ ਸੰਗਤ ਵਿੱਚ ਪ੍ਰਗਟ ਕੀਤਾ। ਸ੍ਰੀ ਗੁਰੂ ਅਮਰਦਾਸ ਜੀ ਵਰਗਾ ਹੋਰ ਕੋਈ ਗੁਰੂ ਹੋ ਹੀ ਨਹੀਂ ਸਕਦਾ। ਆਨੰਦ ਦੇ ਬੱਦਲ ਉੱਚੇ ਨਿਵਾਸ ਵਾਲੇ ਆਪਣੇ ਚੰਦਰਮੁਖ ਤੋਂ ਫਿਰ ਅੰਮ੍ਰਿਤ ਵਰਗੇ ਬੋਲ ਬੋਲੇ, ਹੇ ਪੁਰਖਾ ਸੁਣੋ, ਤੁਹਾਡੇ ਘਰ ਵਿੱਚ ਕਿਹੜੀ ਕਿਹੜੀ ਸੰਤਾਨ ਹੈ? ਤੁਹਾਡੇ ਪੁੱਤਰ ਧੀਆਂ ਕਿੱਥੇ ਹਨ? ਸ੍ਰੀ ਗੁਰੂ ਅਮਰਦਾਸ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਆਪ ਜੀ ਨੂੰ ਸਭ ਕੁਝ ਪਤਾ ਹੈ, ਫਿਰ ਵੀ ਜੇ ਅਣਜਾਣਾ ਵਾਂਗ ਪੁੱਛਦੇ ਹੋ ਤਾਂ ਹੇ ਗੁਣਾਂ ਦੀ ਖਾਨ ਸੁਣੋ, ਮੈਂ ਦੱਸਦਾ ਹਾਂ। 2 ਪੁੱਤਰ ਹਨ, ਉਹਨਾਂ ਦੇ ਨਾਮ ਮੋਹਨ ਤੇ ਮੋਹਰੀ ਹਨ ਅਤੇ ਆਪ ਜੀ ਦੀ ਕਿਰਪਾ ਨਾਲ 2 ਧੀਆਂ ਹਨ। ਇਹ ਸੁਣ ਕੇ ਗੁਰੂ ਜੀ ਬੋਲੇ, ਹੇ ਪੁਰਖਾ, ਹੁਣ ਤੁਹਾਡੇ ਹਿੱਤ ਖਾਤਰ ਕਹਿੰਦਾ ਹਾਂ। ਹੁਣ ਖਡੂਰ ਦਾ ਬਸੇਵਾ ਛੱਡ ਦੇਵੋ, ਕਿਸੇ ਹੋਰ ਸਥਾਨ 'ਤੇ ਵਸਣਾ ਢੂੰਡੋ। ਜਦ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਮੈਨੂੰ ਗੁਰਿਆਈ ਦਿੱਤੀ ਸੀ ਤਾਂ ਫਿਰ ਕਿਰਪਾ ਧਾਰ ਕੇ ਬਚਨ ਕੀਤਾ ਸੀ, ਜਿੱਥੇ ਅਸੀਂ ਵਸਦੇ ਹਾਂ ਇਹ ਥਾਂ ਛੱਡ ਦੇਵੋ ਤੇ ਵੱਡੇ ਭਾਗਾਂ ਵਾਲੇ ਹੁਣ ਕਿਸੇ ਹੋਰ ਸਥਾਨ 'ਤੇ ਟਿਕਾਣਾ ਬਣਾਵੋ। ਤਦ ਮੈਂ ਖਡੂਰ ਆ ਗਿਆ। ਇੱਥੋਂ ਵਸਦਿਆਂ ਕਈ ਸਾਲ ਬਿਤਾਏ ਸਨ। ਬਾਬਾ ਸ਼੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਨੇ ਪਿਤਾ ਜੀ ਦੇ ਸਥਾਨ 'ਤੇ ਹੀ ਨਿਵਾਸ ਰੱਖਿਆ। ਉਸ ਤਰ੍ਹਾਂ ਤੁਸੀਂ ਵੀ ਕਿਸੇ ਹੋਰ ਥਾਂ ਟਿਕਾਣਾ ਬਣਾਵੋ। ਉੱਥੇ ਜਾ ਕੇ ਸਭ ਵਿਧੀਆਂ ਅਨੁਸਾਰ ਸੁੱਖ ਪਾ ਕੇ ਬਸੇਵਾ ਕਰੋ। ਦਾਸੂ ਅਤੇ ਦਾਤੂ ਇੱਥੇ ਘਰ ਵਿੱਚ ਹੀ ਰਹਿਣਗੇ। ਜੇ ਤੁਹਾਨੂੰ ਨਹੀਂ ਵੇਖਣਗੇ ਤਾਂ ਈਰਖਾ ਨਹੀਂ ਕਰਨਗੇ। ਤੁਹਾਡਾ ਪ੍ਰਤਾਪ ਨਾ ਵੇਖ ਕੇ ਹਿਰਦੇ ਵਿੱਚ ਵੀ ਨਹੀਂ ਸੜਨਗੇ ਤੇ ਵਿਗਾੜ ਵੀ ਨਹੀਂ ਪਵੇਗਾ। ਇਸ ਤਰ੍ਹਾਂ ਕੋਮਲ ਬਚਨ ਕਹਿ ਕੇ ਬਹੁਤ ਧੀਰਜ ਦਿੱਤਾ ਅਤੇ ਦਿਨ ਰਾਤ ਬਤੀਤ ਕਰਕੇ ਪਰਮ ਕਿਰਪਾਲੂ ਗੁਰੂ ਜੀ ਬਿਰਾਜ ਗਏ। ਪਹਿਲੀ ਰਾਸ ਦਾ 17ਵਾਂ ਅਧਿਆਇ ਸਮਾਪਤ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।